ਪੁਆਇੰਟ ਤੋਂ ਸੋਨੀ ਧਰਤੀ ਪਾਕਿਸਤਾਨ ਪ੍ਰੋਗਰਾਮ ਦੇ ਨਾਲ ਮੈਂ ਤੁਹਾਡਾ ਹੋਸਟ ਚਾਂਦ ਸ਼ਕੀਲ। ਨਾਜ਼ਰੀਨ, ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਬਹੁਤ ਹੀ ਖਾਸ ਮਹਿਮਾਨ ਮੌਜੂਦ ਨੇ ਜਿਨ੍ਹਾਂ ਦਾ ਤਾਲੁਕ ਨਨਕਾਣਾ ਸਾਹਿਬ ਤੋਂ ਹੈ। ਜੇ ਗੱਲ ਕਰੀਏ, ਉਹਨਾਂ ਨੇ ਮੁੱਢਲੀ ਤਾਲੀਮ ਐਚੀਸਨ ਕਾਲਜ ਲਾਹੌਰ ਤੋਂ ਹਾਸਲ ਕੀਤੀ, ਪਰ ਉਹਨਾਂ ਦੀ ਸ਼ਖਸੀਅਤ ਉੱਤੇ ਉਸ ਕਾਲਜ ਦਾ ਇੰਨਾ ਅਸਰ ਨਜ਼ਰ ਨਹੀਂ ਆਉਂਦਾ। ਬਹੁਤ ਹੀ ਸਾਦਾ ਮਜ਼ਾਜ, ਦਰਵੇਸ਼ਾਨਾ ਤਰਬੀਅਤ ਦੇ ਮਾਲਕ, ਬਹੁਤ ਹੀ ਸੋਹਣਾ ਲਿਖਣ ਵਾਲੇ ਸ਼ਾਇਰ, ਕਹਾਣੀਕਾਰ, ਔਰ ਹੁਣ ਤੱਕ ਉਹਨਾਂ ਦੀਆਂ 3 ਕਿਤਾਬਾਂ ਜੋ ਕਿ ਸ਼ਾਇਰੀ ਦੀਆਂ ਨੇ ਛਪ ਚੁੱਕੀਆਂ ਨੇ, ਸਾਹਮਣੇ ਆ ਚੁੱਕੀਆਂ ਨੇ। ਤੁਸੀਂ ਉਹਨਾਂ ਨੂੰ ਸੁਣੋਗੇ ਤੇ ਖੁਦ ਹੀ ਅੰਦਾਜ਼ਾ ਕਰੋਗੇ ਉਹਨਾਂ ਦੇ ਕਲਾਮ ਦੇ ਵਿੱਚ ਕਿੰਨੀ ਡੂੰਘਾਈ ਹੈ, ਕਿੰਨੀ ਅਲਫਾਜ਼ੀ ਮੌਜੂਦ ਹੈ। ਮੈਂ ਉਹਨਾਂ ਬਾਰੇ ਸਿਰਫ ਮਜ਼ੀਦ ਇੰਨਾ ਹੀ ਆਖਾਂਗਾ, ਕਰ ਕਰ ਜੰਮਨ ਚਿੜੀਆਂ ਤੇ ਕਰ ਕਰ ਜੰਮਨ ਕਾਂ, ਵਿਰਲੇ ਮਾਵਾਂ ਜੰਮਦੀਆਂ ਹੰਸ ਜਿਨ੍ਹਾਂ ਦੇ ਨਾਂ। ਰਾਏ ਮੁਹੰਮਦ ਖਾਨ ਨਾਸਿਰ ਸਾਹਿਬ, अस्सलाम वालेकुम सर। सर पहले तो बहुत शुक्रिया, मेहरबानी तुसी इन्नी दूरों तशरीफ ले आए, ताड़ी मेहरबानी। अल्लाह खैर करे। और सर सफ़र कैसा रहा? ठीक रहे? हाँ जी, बिल्कुल ठीक रहा। अच्छा जाते रवि दा सही। अच्छा सर, सब तो पहले जिस तरह के तुसी लाहौर जड़ा कॉलेज है एचीसन तो पढ़े हुए जी, लेकिन ताड़ी शख्सियत दे उत्ते ओदा रंग इन्ना नज़र नहीं आता डूंगा, जिस तरह के उत्ता खास कल्चर है और तुसी अपनी जड़ी सकाफत दे नाल जुड़े रहे, अपनी जड़ी हैगा है वसेब है ओदे नाल जुड़े हुए हो, ਇਹਦੀ ਕੀ ਵਜ੍ਹਾ ਹੈ? ਇਹਦੀ ਜਿਹੜੀ ਚਾਂਦ ਬੇਟਾ ਗੱਲ ਇੰਜ ਹੈ ਕਿ ਜਿਹੜਾ ਬੰਦਾ, ਜਿਸ ਬੰਦੇ ਨੂੰ ਵੀ ਆਪਣੀ ਮਿੱਟੀ ਨਾਲ, ਆਪਣੇ ਵਸੇਬ ਨਾਲ ਪਿਆਰ ਹੈ ਨਾ, ਉਹਦੇ ਚੋਂ ਬਾਹਰ ਨਹੀਂ ਨਿਕਲਦਾ। ਜਿੱਥੇ ਮਰਜ਼ੀ ਚਲਾ ਜਾਏ, ਜਿੱਥੇ ਮਰਜ਼ੀ ਰਹਿ ਲੈ, ਉਹਦਾ ਅਗਰ ਉਹਦੇ ਅੰਦਰ ਕੋਈ ਨਾ ਮਹਿਸੂਸ ਕਰਨ ਵਾਲਾ ਦਿਲ ਹੈ, ਅਹਿਸਾਸ ਦਿਲ ਅਗਰ ਹੈ ਨਾ, ਤੇ ਉਹਦੇ ਚੋਂ ਨਹੀਂ ਨਿਕਲ ਸਕਦਾ। ਤੇ ਮੈਂ ਸਮਝਣਾ ਕਿ ਉਹਨਾਂ ਰੱਬ ਦੇ ਕੰਮ ਹੁੰਦੇ ਨੇ, ਤੇ ਉਹਨਾਂ ਰੱਬ ਉਹਨਾਂ ਜਿਹਨੂੰ ਜਿਵੇਂ ਦਾ ਰੱਖਣਾ ਉਹ ਸਮਝਦਾ ਹੀ ਰਹਿਣਾ। ਸਹੀ ਹੋ ਗਿਆ। ਅੱਛਾ ਸਰ, ਤੁਹਾਡੀ ਪਹਿਲੀ ਕਿਤਾਬ ਜਿਹੜੀ ਹੈ ਹਿਰ ਖਾਈ, ਹਾਂਜੀ, ਜਿਹਨੂੰ ਕਿ ਬੜੀ ਪਜ਼ੀਰਾਈ ਮਿਲੀ, ਉਸ ਤੋਂ ਬਾਅਦ ਜਿਹੜੀ ਹੈ ਉਹ ਹੂੰ ਕਿਤਾਬ ਆਈ। ਹੁਣ ਜਿਹੜੀ ਹੈ ਤੀਸਰੀ ਕਿਤਾਬ ਜਿਹੜੀ ਹਿਡਕ ਹੈ, ਉਸ ਤੋਂ ਬਾਅਦ ਵੀ ਮਾਸ਼ਾਅੱਲਾ ਤੁਹਾਡਾ ਸਿਲਸਿਲਾ ਜਾਰੀ ਹੈ, ਕਹਾਣੀਆਂ ਵੀ ਤੁਸੀਂ ਲਿਖ ਰਹੇ ਹੋ। ਤੇ ਸਰ ਕੈਸਾ ਮਹਿਸੂਸ ਕਰਦੇ ਹੋ ਇੰਨਾ ਕੰਮ ਕਰਨ ਦੇ ਬਾਵਜੂਦ? ਹਾਲਾਂਕਿ ਪੰਜਾਬੀ ਜਿਹੜਾ ਹੈ ਉਹ ਬੜਾ ਘਾਟੇ ਦਾ ਸੌਦਾ ਸਮਝਿਆ ਜਾਂਦਾ ਹੈ, ਬੜਾ ਸਮਝਿਆ ਜਾਂਦਾ ਕਿ ਲੈ ਪੰਜਾਬੀ 'ਚ ਲਿਖਣਾ ਜਾਂ ਕੀ ਹੈ। ਇਹ ਮੇਰੇ ਕੋਲ ਅੱਗੇ ਵੀ ਇੱਕ ਵਾਰੀ ਕਿਸੇ ਨੇ ਪੁੱਛਿਆ ਸੀ ਕਿ ਵੱਡਾ ਅਦਬ ਜਿਹੜਾ ਹੈ ਉਹ ਪੰਜਾਬੀ 'ਚ ਵੀ ਲਿਖਿਆ ਜਾ ਸਕਦਾ ਹੈ, ਤੇ ਮੈਂ ਉਦੋਂ ਵੀ ਇਹ ਗੱਲ ਕੀਤੀ ਆਈ ਕਿ ਵੱਡਾ ਅਦਬ ਜਿਹੜਾ ਹੈ ਨਾ, ਉਹ ਜ਼ਬਾਨ ਦਾ ਮਸਲਾ ਨਹੀਂ, ਉਹ ਇਨਸਾਨ ਦਾ ਮਸਲਾ, ਇਨਸਾਨ ਦਾ ਮਸਲਾ। ਜਿਵੇਂ ਦਾ ਬੰਦਾ ਉਹ ਕਿਸੇ ਵੀ ਜ਼ਬਾਨ ਕੋਲ ਹੈ, ਉਹਨੂੰ ਉਂਝ ਦਾ ਹੀ ਦੇਵੇਗਾ। ਬਿਲਕੁਲ ਬਿਲਕੁਲ, ਗੱਲ ਠੀਕ। ਯਾਨੀ ਕਿ ਜਿਸ ਤਰ੍ਹਾਂ ਦਾ ਇਨਸਾਨ ਖੁਦ ਹੈ ਉਹਨੂੰ ਉਸ ਤਰ੍ਹਾਂ ਦਾ ਹੀ ਨਜ਼ਰ ਆਏਗਾ, ਉਸ ਤਰ੍ਹਾਂ ਦਾ ਹੀ ਅਦਬ ਜਿਹੜਾ ਉਹ ਤਖਲੀਕ ਕਰੇਗਾ। ਜਿੰਨਾ ਇਨਸਾਨ ਅੰਦਰੋਂ ਮਜ਼ਬੂਤ ਹੈ, ਅੰਦਰੋਂ ਸਾਫ਼ ਹੈ, ਅਸਲ 'ਚ ਜਿਹੜਾ ਹੈ ਨਾ ਉਹਨਾਂ ਤਖਲੀਕੀ ਅਮਲ, ਇਹ ਉਹਨਾਂ ਪਿਓਰ ਤੁਹਾਡੇ ਅੰਦਰ ਦਾ ਹੈ। ਤੁਹਾਡਾ ਅੰਦਰ ਅਗਰ ਉਹਨਾਂ ਜਿਸ ਹੱਦ ਤੱਕ ਸਾਫ਼ ਹੈ, ਉਨੀ ਤੁਹਾਡੀ ਗੱਲ ਸਾਫ਼ ਹੋਏਗੀ, ਚਾਹੇ ਉਹ ਸ਼ੇਰ ਹੈ ਚਾਹੇ ਨਸਰ ਹੈ। ਜਿੰਨਾ ਅੰਦਰ ਉਹਨਾਂ ਮੈਲਾ ਹੈ ਉਨੀ ਗੱਲ ਮੈਲੀ ਹੋ ਜਾਏਗੀ। ਅੱਛਾ, ਮੈਲੀ ਗੱਲ ਤੋਂ ਯਾਦ ਹੈ ਕਿ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਜਿਹੜੀ ਪਹਿਲੀ ਕਿਤਾਬ ਜਿਹੜੀ ਤੁਹਾਡੀ ਛਪੀ ਉਹਦੇ ਵਿੱਚੋਂ ਕੁਝ ਸਾਨੂੰ ਕਲਾਮ ਸੁਣਾਓ। ਜੀ, ਉਹਦੇ ਵਿੱਚੋਂ ਮੈਂ ਪੇਸ਼ ਕਰਨਾ ਇੱਕ ਦੋ ਚੀਜ਼ਾਂ। ਸ਼ੁਰੂ ਮੈਂ ਕਰਾਂਗਾ ਇੱਕ ਨਜ਼ਮ ਹੈ ਕਰਬਲਾ ਦੇ ਹਵਾਲੇ ਨਾਲ, ਜੀ ਜੀ, ਕਿਉਂਕਿ ਉਹਨਾਂ ਦਾ ਹੱਕ ਬਣਦਾ ਹੈ, ਇਨਸਾਨੀਅਤ ਤੇ ਉਹਨਾਂ ਦਾ ਇੰਨਾ ਅਹਿਸਾਨ ਹੈ, ਇੰਨਾ ਇਹ ਇਨਸਾਨ ਨੂੰ ਐਨ ਉਹ ਇਹਨਾਂ ਇੱਕ ਸਿਮਤ ਦੇਣ ਵਿੱਚ, ਤੇ ਉਹਨਾਂ ਤੋਂ ਹੀ ਸ਼ੁਰੂ ਕਰਨੇ ਆ। ਨਜ਼ਮ ਦਾ ਉਨਵਾਨ ਹੈ ਵੇਲਾ ਤੇ ਹੈਰਤ। ਵੇਲਾ ਤੇ ਹੈਰਤ, ਮੁਕਾਲਮਾ ਹੈਰਤ ਦਾ ਤੇ ਵੇਲੇ ਦਾ। ਕਦੋਂ ਦੀ ਹੈਰਤ ਵੇਲੇ ਕੋਲੋਂ, ਕਦੋਂ ਦੀ ਹੈਰਤ ਵੇਲੇ ਕੋਲੋਂ, ਹਾਈ ਏ ਪੁੱਛਦੀ ਰਹਿੰਦੀ ਅਕਸਰ, ਜੀਵਨ ਜੋਗਿਆ ਨਾਲ ਤੇਰੇ ਜੂ,
ਮੈਂ ਆ ਉੱਠਦੀ ਬੰਦੀ ਅਕਸਰ, ਜੀਵਨ ਜੋਗਿਆ ਨਾਲ ਤੇਰੇ ਜੂ, ਮੈਂ ਆ ਉੱਠਦੀ ਬੰਦੀ ਅਕਸਰ, ਦੱਸ ਖਾਂ ਬੈੜਿਆ ਕਦੀ ਤੂੰ ਮੈਨੂੰ, ਦਿੰਦਾ ਕੋਈ ਹੈਰਾਨੀ ਡਿੱਠਾ ਹੈ, ਅੱਖ ਮੇਰੀ ਦੀ ਪਿੱਪਣ ਉੱਤੇ ਲਹੂ ਰੰਗਾ ਕੋਈ ਪਾਣੀ ਡਿੱਠਾ ਹੈ, ਪਿੱਠ ਘੇਕ ਦੇ ਆਖਿਆ ਵੇਲੇ ਨਹੀਂਓ ਰਾਂਦੀ ਤੇ ਅੱਜ ਦੱਸਾਂ, ਮੇਰੇ ਗੋਡੇ ਮੁੱਢ ਜਰਾਕੂ ਹੈ ਜੇ ਬਾਂਦੀ ਤੇ ਅੱਜ ਦੱਸਾਂ, ਕਰਬਲ ਦੀ ਉਸ ਡੀਗਰ ਦੱਸ ਖਾਂ ਤੇਰਾ ਮੂੰਹ ਟਡਾ ਨਹੀਂ ਛੱਡਿਆ, ਮੌਤ ਨੂੰ ਰਾਂਦੀ ਦੁਨੀਆ ਤੀਕਰ ਜੀਣਾ ਭਲਾ ਸਿਖਾ ਨਹੀਂ ਛੱਡਿਆ। ਵਾਹ 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 ਵਾਹ, ਕੀ ਬਾਤ ਹੈ ਸਰ। ਵਾਕਈ ਉਹ ਵੱਡੀ ਕੁਰਬਾਨੀ ਸੀ ਜਿਹੜੀ ਉਹ ਲੋਕਾਂ ਨੇ ਦਿੱਤੀ, ਔਰ ਬਹੁਤ ਵੱਡਾ ਇੱਕ ਕਹਿ ਲਓ ਕਿ ਜ਼ੁਲਮ ਹੋਇਆ ਜਾਂ ਜਿਸ ਤਰ੍ਹਾਂ ਵੀ ਇਸ ਚੀਜ਼ ਨੂੰ। ਅੱਛਾ ਸਰ, ਤੁਸੀਂ ਜਿਹੜਾ ਸ਼ਾਇਰੀ ਦਾ ਆਗਾਜ਼ ਜਿਹੜਾ ਉਹ ਕਦੋਂ ਕੀਤਾ? ਤੁਹਾਡੀ ਪਹਿਲੀ ਕਿਤਾਬ ਜਿਹੜੀ ਉਹ ਉਰਦੂ ਦੀ ਸੀ? ਉਹ ਤਾਂ ਐਵੇਂ ਅਵਾਇਲ ਉਮਰੀ ਦਾ ਸ਼ੌਕ ਆਇਆ ਤੇ ਉਰਦੂ ਵਿੱਚ ਅਸਲ ਵਿੱਚ ਨਾ ਇਹ ਆਪਣਾ ਬੇਟਾ ਚਾਂਦ ਬੇਟਾ ਇੰਜੇ ਕਿ ਉਰਦੂ ਤੋਂ ਮੈਂ ਸ਼ੁਰੂ ਕੀਤਾ ਸੀ, ਲੇਕਿਨ ਉਰਦੂ ਜਿਹੜਾ ਹੈ ਨਾ ਉਹ ਮੈਨੂੰ ਲਿਖਦਿਆਂ ਇੰਜ ਮਾਲੂਮ ਹੁੰਦਾ ਜਿਵੇਂ ਕੋਈ ਉਹਨਾਂ ਮਹਿਮਾਨ ਗਿਆ ਆਇਆ ਕਿਧਰੇ ਹੈ, ਤੇ ਮਹਿਮਾਨ ਭਾਵੇਂ ਜਿੱਡੇ ਵੀ ਅਜ਼ੀਜ਼ ਦੋਸਤ ਥੱਲੇ ਜਾਵੇ ਹੈ, ਉਹ ਇੱਕ ਆੜ ਇੱਕ ਪਰਦਾ ਵਿੱਚ ਜ਼ਰੂਰ ਹੁੰਦਾ ਹੈ, ਭਾਵੇਂ ਉਹ ਸਾਰੇ ਘਾਰੇ 'ਚ ਵੀ ਪਾਉਂਦਾ ਵੱਤੇ, ਲੇਕਿਨ ਉਹ ਇੱਕ ਨਾ ਕਿਧਰੇ ਕੋਈ ਓਲਾ ਹੁੰਦਾ ਹੈ। ਅੱਛਾ, ਜਿੰਨਾ ਮਰਜ਼ੀ ਫੇਰਦਾ ਰਹੇ ਜੋ ਜਦੋਂ ਮੈਂ ਪੰਜਾਬੀ ਸ਼ੇਰ ਕਹਿਣਾ ਸ਼ੁਰੂ ਕੀਤਾ ਇੱਕ ਆਪਣਾ ਕੀਤਾ ਨਾ, ਮੈਨੂੰ ਇੰਜ ਮਾਲੂਮ ਹੋਵੇ ਜਿਵੇਂ ਆਪਣੇ ਘਾਰੇ 'ਚ ਲਗਾ ਵਾ, ਆਪਣੀ ਜ਼ੁਬਾਨ ਆਪਣਾ, ਇਸ ਵਾਸਤੇ ਮੈਂ ਫਿਰ ਪੰਜਾਬੀ ਜਿਹੜਾ ਹੈ ਨਾ। ਤੇ ਸਰ ਕਦੋਂ ਤੁਸੀਂ ਸ਼ੁਰੂ ਕੀਤਾ ਇਹ ਸਿਲਸਿਲਾ? ਇਹ ਸਕੂਲ ਦੇ ਜ਼ਮਾਨੇ 'ਚ? ਹਾਂ, ਸਕੂਲ ਵਿੱਚ ਉਰਦੂ ਦੀ ਇੱਕ ਥੋੜਾ ਬਹੁਤਾ ਉਹ ਨਾ ਵੇਲੇ ਮੈਂ ਕਰਦਾ ਸੀ, ਤੇ ਬਕਾਇਦਾ ਜੋ ਮੈਂ ਸਮਝਣਾ ਕਿ ਮੈਨੂੰ ਕੋਈ ਅਸਲ ਤਾਂ ਅੱਲਾਹ ਪਾਕ ਦਾ ਕਰਮ ਹੈ, ਬੇਸ਼ੱਕ ਉਹਦੇ ਤੋਂ ਬਗੈਰ ਕੋਈ ਗੱਲ ਹੋ ਨਹੀਂ ਸਕਦੀ ਪੰਜ ਤਨ ਪਾਕ ਦੇ ਸਦਕੇ ਨਾਲ। ਤੇ ਅੱਲਾਹ ਪਾਕ ਨੇ ਨਾ ਦੇਣਾ ਸੀ ਤੇ ਉਹ ਨਾ ਜਦੋਂ ਚਾਵੇ, ਜਿੰਨਾ ਚਾਵੇ, ਜਿੱਥੇ ਚਾਵੇ, ਜਿਵੇਂ ਚਾਵੇ ਉਹ ਦੇ ਦਿੰਦਾ ਹੈ। ਕੀ ਬਾਤ, ਬਿਲਕੁਲ ਇਸ ਤਰ੍ਹਾਂ ਹੀ ਉਹਦਾ ਕਰਮ ਜਿਹੜਾ ਹੈ ਉਹ। ਤੇ ਇਹ ਕੋਈ ਤਕਰੀਬਨ ਮੈਂ ਉਰਦੂ ਇਹ ਤੋਂ ਸ਼ੁਰੂ ਕੀਤਾ ਸੀ, ਲੇਕਿਨ ਇਹ ਜਿਹੜਾ ਉਹਨਾਂ ਪੰਜਾਬੀ ਲਿਆ ਕੇ ਮੈਨੂੰ ਉਹਨਾਂ ਬਾਪ ਨੂੰ ਵੀ ਸਵਾਦ ਆਇਆ, ਤੇ ਉਹ ਇੱਕ ਮੇਰੀ ਪਹਿਚਾਣ ਵੀ ਬਣ ਗਈ। ਪਹਿਚਾਣ ਬਣਿਆ, ਬੇਸ਼ੱਕ ਬਹੁਤ ਮਾਨਤਾ ਮਿਲੀ। ਹੁਣ ਤੁਹਾਡਾ ਤੀਸਰਾ ਪ੍ਰਾਗਾ ਵੀ, ਬਲਕਿ ਅੱਗੋਂ ਤੁਸੀਂ ਸੁਣਿਆ ਕਹਾਣੀਆਂ ਵੀ ਲਿਖ ਰਹੇ ਹੋ, ਮੈਨੂੰ ਜ਼ਰਾਏ ਤੋਂ ਪਤਾ ਚੱਲਿਆ ਤੇ ਉਹਦਾ ਪ੍ਰਾਗਾ ਕਦੋਂ ਆ ਰਿਹਾ ਕਹਾਣੀਆਂ ਦਾ? ਉਹ ਇਨਸ਼ਾਅੱਲਾ ਤਾਲਾ ਅਗਲੇ ਸਾਲ ਆਏਗੀ ਗਜ਼ਲ ਦੀ ਕਿਤਾਬ ਹੇਤ ਦੇ ਨਾਂ ਤੋਂ, ਤੇ ਉਸ ਤੋਂ ਬਾਅਦ ਉਹ ਆਏਗੀ ਇਹ ਆਪਣਾ 20 ਚੋਂ ਜੋ ਉਹ ਕਹਾਣੀਆਂ ਪੂਰੀਆਂ ਹੋਈਆਂ ਪਈਆਂ, ਮਸਵਦਾ ਪੂਰਾ ਹੈ। ਠੀਕ ਹੋ ਗਿਆ, ਯਾਨੀ ਕਿ ਅਗਲੇ ਸਾਲ ਇਨਸ਼ਾਅੱਲਾ ਪੜਨ ਵਾਲਿਆਂ ਨੂੰ ਉਹ ਵੀ ਮਿਲੇਗੀ। ਅੱਛਾ ਸਰ, ਤੁਹਾਡਾ ਜਿਸ ਤਰ੍ਹਾਂ ਤੁਹਾਡੇ ਜਿੰਨੇ ਵੀ ਜਿਹੜੇ ਹੈਗੇ ਨੇ ਟਾਈਟਲ ਜਿਹੜੇ ਨੇ, ਉਨਵਾਨ, ਸਰਨਾਮੇ ਜਿਹੜੇ ਬੜੇ ਸਿੰਬੋਲਿਕ ਹੈਗੇ ਨੇ, ਜਿਸ ਤਰ੍ਹਾਂ ਹੁਣ ਹਿਡਕ ਦਾ ਮਤਲਬ ਆਸ ਹੈ, ਇੱਕ ਉਮੀਦ ਹੈ। ਅੱਛਾ, ਇਸ ਕਿਤਾਬ ਦੇ ਵਿੱਚ ਕਿਸ ਚੀਜ਼ ਦੀ ਆਸ ਹੈ? ਆਇਆ ਕਿ ਜਿਹੜੀ ਪੰਜਾਬੀ ਬੋਲੀ ਦੀ ਆਸ ਹੈ, ਜਾਂ ਲੋਕਾਂ ਦੇ ਹਕੂਕ ਜਿਹੜੇ ਨੇ ਉਹਨਾਂ ਬਾਰੇ ਇੱਕ ਉਮੀਦ ਹੈ ਆਉਣ ਵਾਲੇ ਦੌਰ ਦੇ ਵਿੱਚ? ਕਿ ਕਿਸ ਚੀਜ਼ ਦੀ ਆਸ ਤੁਸੀਂ ਇਹ ਜਿਹੜੀ ਹੈ ਨਾ ਹਿਡਕ, ਇਹ ਅਸਲ ਹੈ ਕਿ ਉਹ ਆਸ, ਉਹ ਉਡੀਕ ਜਿਹੜੀ ਬਜ਼ਾਹਿਰ ਖਤਮ ਹੋ ਜਾਏ, ਲੇਕਿਨ ਇੱਕ ਥੋੜੀ ਜਿਹੀ ਅੰਦਰ ਕਿਧਰੇ ਨਾ ਕਿਧਰੇ ਮੌਜੂਦ ਹੋਵੇ। ਇਹ ਉਡੀਕ ਹੈ ਕਿ ਕੋਈ ਨਾ ਮੇਰੀ ਜ਼ਬਾਨ ਨੂੰ ਉਹਦਾ ਜੋ ਮਰਤਬਾ ਹੈ, ਜੋ ਵੇਖੋ ਜੀ ਜਿਹੜੀ ਪੰਜਾਬੀ ਜ਼ਬਾਨ ਹੈ ਨਾ, ਅਗਰ ਕਿਸੇ ਨੂੰ ਆਉਂਦੀ ਹੈ ਨਾ ਤੇ ਇਹਦੇ ਤੋਂ ਸਵਾਦੀ ਜ਼ਬਾਨ ਕੋਈ ਨਹੀਂ, ਤੇ ਜੇ ਨਹੀਂ ਆਉਂਦੀ ਤੇ ਉਹ ਫਿਰ ਮਜਬੂਰੀ ਵਾਲੀ ਗੱਲ ਹੈ। ਤੇ ਇਹ ਮੈਂ ਇੱਕ ਦਿਨ ਐਵੇਂ ਬੈਠਾ ਮੇਰਾ ਜ਼ਿਹਨ 'ਚ ਆਇਆ ਕਿ ਮੈਂ ਇਹ ਜ਼ਬਾਨ ਦੇ ਬਾਰੇ 'ਚ ਕਿ ਜਿਹੜਾ ਸੁਬਹ ਦਾ ਵਕਤ ਹੈ ਉਹਨੂੰ ਅਸੀਂ ਉਹਨਾਂ ਕਿੰਨਿਆਂ ਕੁ ਉਹਨਾਂ ਮੁਖਤਲਿਫ ਉਹਨਾਂ ਲਫ਼ਜ਼ਾਂ ਨਾਲ ਆਖ ਸਕਦੇ, ਉਹ 21 ਕੁ ਮੈਂ ਗਿਣ ਗਿਆ। 21 ਲਫ਼ਜ਼ਾਂ? ਤੇ ਉਸ ਤੋਂ ਬਾਅਦ ਫਿਰ ਮੈਂ ਆਖਿਆ ਜੋ ਇਹ ਮੈਂ ਕਿਹੜੇ ਰੌਲੇ ਨੂੰ ਪੈ ਗਿਆ, ਲੇਕਿਨ ਮੈਂ ਲਿਖ ਨਾ ਸਕਿਆ ਉਸ ਵੇਲੇ ਕਿ ਤੇ ਉਹ ਇਹ ਬੜੀ ਰਿਚ ਜ਼ਬਾਨ ਹੈ।
ਅਗਰ ਆਉਂਦੀ ਹੋਵੇ ਸਹੀ। ਆਉਂਦੀ ਹੋਵੇ, ਗੱਲ ਤੇ ਹੈ ਕਿ ਆਉਂਦੀ ਹੋਵੇ ਸਹੀ। ਅੱਛਾ ਸਰ, ਤੁਸੀਂ ਜਿਸ ਤਰ੍ਹਾਂ ਕਿ ਸਕੂਲ ਦੇ ਵਿੱਚ ਤੁਹਾਡੀ ਇੱਕ ਜ਼ਿੰਦਗੀ, ਕੀ ਤੁਸੀਂ ਸ਼ੁਰੂ ਦੇ ਵਿੱਚ ਸ਼ਰਾਰਤੀ ਸੀ ਜਾਂ ਕੋਈ ਐਸੀ ਸ਼ਰਾਰਤ ਜਿਹੜੀ ਮੇਰਾ ਹੋਣਾ ਏਦਾਂ ਹੀ। ਬਿਲਕੁਲ ਵੀ ਸ਼ਰਾਰਤੀ ਨਹੀਂ? ਨਹੀਂ, ਮੈਂ ਆਪਣਾ ਸ਼ਾਹਨਵਾਜ਼ ਭੁੱਟੋ ਮੇਰੇ ਨਾਲ ਪੜਦਾ ਸੀ, ਇਹ ਜਿਹੜਾ ਬੇਨਜ਼ੀਰ ਦਾ ਭਾਈ ਉੱਥੇ ਪੈਰਿਸ ਵਿੱਚ ਫੌਤ ਹੋਇਆ। ਅੱਛਾ, ਉਹ ਤੁਹਾਡਾ ਕਲਾਸ ਮੇਰਾ ਫੈਲੋ ਵੀ ਸੀ? ਕਲਾਸ ਫੈਲੋ ਸੀ, ਤੇ ਲੇਕਿਨ ਉਹਦੇ ਨਾਲ ਮੇਰੀ ਐਡੀ ਦੋਸਤੀ ਕੋਈ ਨਹੀਂ ਸੀ। ਮੇਰੀ ਦੋਸਤੀ ਇੱਕ ਹੋਰ ਸੀ, ਇਮਤਿਆਜ਼ ਅਲੀ ਮੁੰਡਾ। ਯਾਨੀ ਉਸ ਵੇਲੇ ਵੀ ਮੈਨੂੰ ਇਹ ਕੋਈ ਨਹੀਂ ਸੀ ਕਿ ਇਹ ਕੋਈ ਇਹਦਾ ਪੁੱਤਰ ਹੈ ਤੇ ਮੈਂ ਇਹਦੇ ਨਾਲ ਦੋਸਤੀ ਕਰਾਂ ਜਾਂ ਉਹ ਕਰਾਂ। ਉਹ ਹੀ ਮਜ਼ਾਕ ਆਪਣੇ ਰੰਗਾ ਜਿਹੜਾ ਮੇਰਾ ਮੈਨੂੰ ਮਹਿਸੂਸ ਹੁੰਦਾ ਸੀ, ਉਹਦੇ ਨਾਲ ਹੀ ਮੇਰੀ ਦੋਸਤੀ, ਉਹਦੇ 'ਚ ਹੀ ਰੰਗੇ ਹੋਏ ਸੀ, ਉਹਦੇ ਵਿੱਚ ਹੀ। ਅੱਛਾ ਸਰ, ਤੁਸੀਂ ਜਿਹੜਾ ਹੈ ਕਿ ਜਿਹੜੀ ਤੁਹਾਡੀ ਦੂਸਰੀ ਕਿਤਾਬ ਜਿਹੜੀ ਸੀ ਹੂੰਗ, ਹੂੰਗ ਦੇ ਵਿੱਚ ਤੁਸੀਂ ਜਿਹੜਾ ਹੈ ਉਹ ਲੋਕ ਸਿਨਫਾਂ ਨੂੰ ਲਿਆ, ਔਰ ਜਦੋਂ ਮੈਂ ਦੇਖਿਆ ਤੁਹਾਡਾ ਮੁਸ਼ਾਇਰਾ ਇੱਕ ਸੁਣਿਆ ਸੀ GC ਕਾਲਜ ਲਾਹੌਰ ਦੇ ਵਿੱਚ, ਔਰ ਜਦੋਂ ਤੁਸੀਂ ਆਪਣੀ ਜਿਹੜੇ ਹੂੰਗ ਸਾਹਮਣੇ ਆਈ, ਉਸ ਤੋਂ ਬਾਅਦ ਬਹੁਤ ਸਾਰੇ ਸ਼ਾਇਰਾਂ ਨੇ ਜਿਹੜਾ ਉਸ ਸਿਨਫ 'ਚ ਫਿਰ ਤਬਾਜ਼ਮਾਈ ਸ਼ੁਰੂ ਕੀਤੀ, ਇੱਕ ਨਵਾਂ ਜਿਹੜਾ ਸਿਲਸਿਲਾ ਸ਼ੁਰੂ ਹੋਇਆ, ਔਰ ਉਹਦੇ 'ਚ ਮੈਂ ਸਮਝਣਾ ਵਾਂ ਕਿ ਤੁਸੀਂ ਇੱਕ ਜਗਾਇਆ ਲੋਕਾਂ ਨੂੰ, ਔਰ ਬਹੁਤ ਸਾਰੇ ਕਈ ਜਿਹੜੇ ਲੋਕਾਂ ਨੇ ਫਿਰ ਲਿਖਣੀਆਂ ਸ਼ੁਰੂ ਕੀਤੀਆਂ, ਬੋਲੀਆਂ, ਟੱਪੇ, ਮਾਈਏ। ਤੇ ਮੈਂ ਚਾਹੁੰਦਾ ਵਾਂ ਤੁਸੀਂ ਸਾਨੂੰ ਕੁਝ ਬੋਲੀਆਂ ਸੁਣਾਓ। ਜਾਂ ਮੈਂ ਉਹਦੇ 'ਚ ਨਾ ਹੂੰਗ ਅਸਲ 'ਚ ਇਹ ਜਿਹੜੀਆਂ 4 ਸਿਨਫਾਂ ਨੇ ਨਾ ਚਾਂਦ ਬੇਟਾ ਜੀ ਸਾਡੀਆਂ, ਸ਼ਲੋਕ ਬਾਬਾ ਫਰੀਦ ਸ਼ਕਰਗੰਜ ਰਹਿਮਤੁल्लाह ਅਲੈਹ ਪੰਜਾਬੀ ਦੇ ਪਹਿਲੇ ਅਥੈਂਟਿਕ ਸ਼ਾਇਰ ਮੰਨੇ ਜਾਂਦੇ ਨੇ। ਉਹਨਾਂ ਦੇ ਸ਼ਲੋਕ ਨੇ, ਉੱਠ ਫਰੀਦਾ ਸੁੱਤਿਆ ਦੇ ਝਾੜੂ ਵਿੱਚ ਮਸੀਤ, ਤੂੰ ਸੁੱਤਾ ਰੱਬ ਜਾਗਦਾ ਤੇਰੀ ਡਾਢੇ ਨਾਲ ਪ੍ਰੀਤ। ਉਹ ਇਹ ਜਿਹੜੀ ਸਿਨਫ ਹੈ, ਇਹ ਬਾਬਾ ਸਾਹਿਬ, ਬਾਬਾ ਜੀ ਗੁਰੂ ਨਾਨਕ ਸਰਕਾਰ ਤੇ ਭਗਤ ਕਬੀਰ ਤੋਂ ਬਾਅਦ ਇਹ ਕੋਈ ਇੰਨੀ ਖਾਤਰ ਖਾ ਕਿਸੇ ਨੇ ਇਹਦੇ ਤੇ ਕੋਈ ਨਾ ਨਹੀਂ ਬਣਦਾ। ਤੇ ਮੇਰਾ ਐਵੇਂ ਦਿਲ 'ਚ ਹੈ ਹੀ ਖਾਹਿਸ਼ ਕਿ ਇਹਨੂੰ ਥੋੜਾ ਜਿਹਾ ਅਗਰ ਅੱਲਾਹ ਪਾਕ ਅਤਾ ਕਰੇ ਤੇ ਉਹ ਹੋ ਜਾਏ। ਉਹਦੇ ਚਹਿਣ ਉਹ ਨਾ ਟੱਪਾ ਸਾਡੀ ਬੜੀ ਪੁਰਾਣੀ ਸਿਨਫ ਹੈ, ਮਾਈਆ ਬਹੁਤ ਪੁਰਾਣੀ ਸਿਨਫ ਹੈ। ਬੋਲੀ ਜਿਹੜੀ ਹੈ ਉਹ ਮਾਈਆ ਤਾਂ ਅਜੇ ਵੀ ਕਿਧਰੇ ਨਾ ਕਿਧਰੇ ਉਹ ਨਾ ਮਿਲਦਾ ਸੀ ਮੇਰੇ ਤੋਂ ਪਹਿਲੇ, ਲੇਕਿਨ ਬੋਲੀ ਤੇ ਟੱਪਾ ਤੇ ਸ਼ਲੋਕ ਕੋਈ ਨਾ ਨਵਾਂ ਨਹੀਂ ਸੀ ਆ ਰਿਹਾ ਕੁਛ। ਮੈਂ ਕੋਸ਼ਿਸ਼ ਕੀਤੀ ਅੱਲਾ ਦੇ ਫਜ਼ਲ ਨਾਲ, ਪੰਜ ਪਾਕ ਦਾ ਸਦਕਾ, ਕਿ ਇਹਦੇ 'ਚ ਕੋਈ ਉਹਨਾਂ ਮੀਨਿੰਗਫੁਲ ਵੀ ਹੋ ਜਾਏ, ਇਹਦੇ 'ਚ ਕੋਈ ਫਲਸਫਾ ਵੀ ਆ ਜਾਏ, ਇਹਦੇ 'ਚ ਕੋਈ ਹੋਰ ਵੀ ਚੀਜ਼ਾਂ ਆ ਜਾਣ। ਅਗਰ ਆ ਜਾਣ ਤੇ ਇਹ ਫਿਰ ਇਹਦਾ ਥੋੜਾ ਜਿਹਾ ਉਹਨਾਂ ਅਪਰ ਗ੍ਰੇਡ ਹੋ ਜਾਏ। ਜ਼ਬਰਦਸਤ। ਤੇ ਮੈਂ ਤੁਹਾਨੂੰ ਕੁਝ ਪੇਸ਼ ਕਰਨਾ, 2-4 ਬੋਲੀਆਂ ਕਰਨਾ, 2-4 ਟੱਪੇ, 2-4 ਮਾਈਏ, 2-4 ਸ਼ਲੋਕ। ਜੀ ਸਰ। ਉਹਨਾਂ ਬੋਲੀਆਂ 2-4। ਮੈਨੂੰ ਕੱਢਿਆ ਕੀ ਝੋਲੇ ਚੋਂ ਮਦਾਰੀ, ਮੈਨੂੰ ਕੱਢਿਆ ਕੀ ਝੋਲੇ ਚੋਂ ਮਦਾਰੀ, ਤਮਾਸ਼ੇ ਮੇਰੇ ਵਿੱਚ ਵੜ ਗਏ। ਵਾਹ 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 ਵਾਹ, ਕੀ ਬਾਤ, ਕੀ ਬਾਤ। ਤੇ ਤੇਰੇ ਬੱਚਿਆ ਲਿਆਊ ਹਾ ਖਿਡੌਣੇ, ਤੇਰੇ ਬੱਚਿਆ ਲਿਆਊ ਹਾ ਖਿਡੌਣੇ, ਆ ਢਿੱਡ ਮੇਰੀ ਮੁੱਠ ਮੀਟ ਲਈ। ਹੋ ਕੀ ਬਾਤ ਸਰ, ਬਹੁਤ ਕਮਾਲ। ਤੇ ਇੱਕ ਹੋਰ ਬੋਲੀ ਵੇਖੋ ਕਿ ਜਿੰਦੇ ਮਰੀਏ ਫੁੱਲਾਂ ਦੇ ਸਿਰ ਚੜ ਕੇ, ਜਿੰਦੇ ਮਰੀਏ ਫੁੱਲਾਂ ਦੇ ਸਿਰ ਚੜ ਕੇ, ਨੀ ਆ ਨੀ ਤਰੇਲ ਬਣੀਏ। ਵਾਹ 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 ਸਰ, ਬਹੁਤ ਕਮਾਲ, ਬਹੁਤ ਖੂਬ, ਬਹੁਤ ਕੀ ਬਾਤ। ਇੱਕ ਬੋਲੀ ਹੋਰ ਵੇਖੋ ਕਿ ਉਹਨੂੰ ਵੇਖ ਕੇ ਜਦੋਂ ਮੈਂ ਆਵਾਂ, ਹਾਏ ਹਾਏ ਹਾਏ, ਉਹਨੂੰ ਵੇਖ ਕੇ ਜਦੋਂ ਮੈਂ ਆਵਾਂ, ਨੀ ਮੈਨੂੰ ਘੱਟ ਵੇਖਿਆ ਕਰੋ। ਕੀ ਬਾਤ ਹੈ ਸਰ, ਕੀ ਬਾਤ। ਤੇ ਜਿਹੜਾ ਯਾਰ ਦੀ ਗਲੀ ਦੇ ਵਿੱਚੋਂ ਲੱਗਦਾ, ਜਿਹੜਾ ਯਾਰ ਦੀ ਗਲੀ ਦੇ ਵਿੱਚੋਂ ਲੱਗਦਾ, ਉਹ ਪੂਰਾ ਪਿਛਾ ਕਦੋਂ ਹਟਦਾ। ਹਾਏ ਕੀ ਬਾਤ ਹੈ। ਤੇ ਇੱਕ ਬੋਲੀ ਹੋਰ ਵੇਖੋ ਕਿ ਸਾਰਾ ਲੁੱਟ ਕੇ ਤੇ ਲੈ ਗਈਓ ਟੇਸ਼ਨ, ਸਾਰਾ ਲੁੱਟ ਕੇ ਤੇ ਲੈ ਗਈਓ ਟੇਸ਼ਨ, ਨੀ ਤੈਨੂੰ ਕੀ ਮੈਂ ਆਖਾਂ ਗੱਡੀਏ। ਵਾਹ 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 ਵਾਹ। ਤੇ 2 ਬੋਲੀਆਂ ਧੀ ਦੇ ਹਵਾਲੇ ਨਾਲ ਕਿ ਨੀ ਮੈਂ ਵਣ ਹੇਠ ਉੱਗੀ ਹੋਈ ਟਾਲੀ, ਨੀ ਮੈਂ ਵਣ ਹੇਠ ਉੱਗੀ ਹੋਈ ਟਾਲੀ, ਨੀ ਮੈਂ ਵਣ ਹੇਠ ਉੱਗੀ ਹੋਈ ਟਾਲੀ, ਤੇ ਲੋਕੀ ਮੈਨੂੰ ਧੀ ਆਖਦੇ।
ਤੇ ਧੀ ਇੱਕ ਵਾਰੀ ਰੋ ਕੇ ਤੇ ਡਿੱਠਾ, ਧੀ ਇੱਕ ਵਾਰੀ ਰੋ ਕੇ ਤੇ ਡਿੱਠਾ, ਤੇ ਦੂਜੀ ਵਾਰੀ ਪਿਓ ਕੋਈ ਨਾ। ਵਾਹ ਵਾਹ ਇਹ ਬੋਲੀਆਂ ਵਾਹ। ਸ਼ਲੋਕ ਚਾਰ ਦੋਨੋਂ ਸੁਣਾ ਦੇਵਾਂ। ਅੱਗੇ ਮੈਂ ਤੁਹਾਨੂੰ ਸੈਂਪਲ ਤਾਂ ਦਿੱਤਾ ਬਾਬਾ ਸਾਹਿਬ ਦਾ। ਤੇ ਉਹ ਹੈ ਕਿ ਬੂਰ ਨੂੰ ਆਖ ਹਨੇਰੀਏ, ਬੂਰ ਨੂੰ ਆਖ ਹਨੇਰੀਏ ਅੱਜ ਆਪਣਾ ਆਪ ਸੰਭਾਲ। ਬੂਰ ਨੂੰ ਆਖ ਹਨੇਰੀਏ ਅੱਜ ਆਪਣਾ ਆਪ ਸੰਭਾਲ, ਮੁੜ ਚੰਗੇ ਭਾ ਜਾ ਤੁਲਸੇ ਜੇ ਰਾਸੇ ਟਾਣੀ ਨਾਲ। ਵਾਹ 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 ਵਾਹ, ਕੀ ਬਾਤ ਹੈ ਸਰ। ਤੇ ਬਹੁਤ ਖੂਬ। ਇੱਕ ਹੋਰ ਵੇਖੋ ਕਿ ਉੱਠ ਨਹੀਂ ਜਿੰਦੇ ਵੈਰ ਨੇ, ਉੱਠ ਨਹੀਂ ਜਿੰਦੇ ਵੈਰ ਨੇ, ਆ ਚੁਗ ਸਾਵਾਂ ਦੀ ਚੋਗ। ਵਾਹ ਵਾਹ ਵਾਹ। ਉੱਠ ਨਹੀਂ ਜਿੰਦੇ ਵੈਰ ਨੇ, ਆ ਚੁਗ ਸਾਵਾਂ ਦੀ ਚੋਗ, ਸਾਡੇ ਪੱਲੇ ਸੋਗ ਬਿਗਾਨੜੇ, ਅਸੀਂ ਹੋਰ ਤਰ੍ਹਾਂ ਦੇ ਲੋਕ। ਵਾਹ 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 ਵਾਹ, ਅਸੀਂ ਹੋਰ ਤਰ੍ਹਾਂ ਦੇ ਲੋਕ। ਤੇ ਇੱਕ ਹੋਰ ਵੇਖੋ ਕਿ ਇਹ ਢੂੰਡ ਨਾ, ਢੂੰਡ ਯਾਨੀ ਢੂੰਡ, ਢੂੰਡ ਨਾ ਯਾਰ ਮਸੀਤੜਾ, ਅਤੇ ਕਿਕਰਾਂ ਉਤੋਂ ਬੇਰ। ਢੂੰਡ ਨਾ ਯਾਰ ਮਸੀਤੜਾ, ਅਤੇ ਕਿਕਰਾਂ ਉਤੋਂ ਬੇਰ, ਸੁਣ ਉਸ ਚਿੜੀ ਦਾ ਚੂਕਣਾ, ਜਿੰਦੀ ਜਿਬ ਦੇ ਹੇਠ ਸਵੇਰ। ਵਾਹ 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 ਵਾਹ, ਜਿਦੀ ਜਿਬ ਦੇ ਹੇਠ ਸਵੇਰ। ਵਾਹ। ਤੇ ਇੱਕ ਹੋਰ ਸੁਣ ਲਓ ਕਿ ਸਵਾ ਨੂੰ ਆਖ ਅੰਗਾਰਿਆ, ਸਵਾ ਨੂੰ ਆਖ ਅੰਗਾਰਿਆ, ਤੂੰ ਝੱਟ ਇੱਕ ਹੋਰ ਉਡੀਕ। ਸਵਾ ਨੂੰ ਆਖ ਅੰਗਾਰਿਆ, ਤੂੰ ਜੱਟ, ਅੰਗਾਰੇ ਵੀ ਤਾਂ ਸਵਾ ਹੀ ਹੋਣਾ ਹੁੰਦਾ ਹੈ ਨਾ। ਸਵਾ ਨੂੰ ਆਖ ਅੰਗਾਰਿਆ, ਤੂੰ ਝੱਟ ਇੱਕ ਹੋਰ ਉਡੀਕ, ਇੱਕ ਤੇਰਾ ਹੋਵਣ ਕਾਰਨੇ ਮੈਂ ਭਾਂਬੜ ਛੱਡੇ ਡੀਕ। ਵਾਹ 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 ਵਾਹ, ਇੱਕ ਤੇਰਾ ਹੋਰਨ ਹੋਵਣ ਕਾਰਨੇ ਕਿਆ ਬਾਤ, ਮੈਂ ਭਾਂਬੜ ਛੱਡੇ ਕਿਆ ਡੀਕ। ਬਾਤ। ਇੱਕ ਪੂਰਾ ਜਿਹੜਾ ਪ੍ਰੋਸੈਸ ਜਿਹੜਾ ਉਹ ਕਿਸ ਤਰ੍ਹਾਂ ਉਹ ਅੱਗ ਦਾ ਉਹ ਸਾਰਾ ਹੋਣਾ ਸਰ, ਕਿਆ ਬਾਤ ਹੈ। ਤੇ ਇੱਕ ਨਾਸਰ ਪਦ ਦੁਰੇਡੜਾ, ਇੱਕ ਨਾਸਰ ਪਦ ਦੁਰੇਡੜਾ, ਦੁਰੇਡੜਾ ਯਾਨੀ ਦੂਰ, ਬਹੁਤ ਦੂਰ। ਹੁਣ ਇਹ ਵੇਖਣਾ ਕਿ ਸਾਏ ਨੂੰ ਜੋ ਇਹ ਸੈਂਸ ਵਿੱਚ ਅੱਗੇ ਕਿਸੇ ਨੇ ਲਿਆ ਹੈ ਕਿ ਇੱਕ ਨਾਸਰ ਪਦ ਦੁਰੇਡੜਾ, ਉਤੋਂ ਵੱਖ ਪਰਛਾਵਾਂ ਨਾਲ, ਉਤੋਂ ਵੱਖ ਪਰਛਾਵਾਂ ਨਾਲ ਜੋ ਇੱਕ ਸਫ਼ਰ ਦੂਰ ਦਾ ਉਤੋਂ ਪਰਛਾਵੇਂ ਦਾ ਬੋਝ। ਵਾਹ ਵਾਹ ਵਾਹ। ਇੱਕ ਨਾਸਰ ਪਦ ਦੁਰੇਡੜਾ, ਉਤੋਂ ਵੱਖ ਪਰਛਾਵਾਂ ਨਾਲ, ਅੱਜ ਪੈਂਡਾ ਆਪੇ ਹੀ ਜਾਗਣਾ ਹੀ ਭਾਵੇਂ ਲੱਖ ਪਰਛਾਵਾਂ ਨਾਲ। ਵਾਹ 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 ਵਾਹ, ਕਿਆ ਬਾਤ ਹੈ ਸਰ। ਸਰ ਬਹੁਤ ਖੂਬ। ਤੇ ਉਹ ਨਾ ਆਪਣਾ ਦੋ ਚਾਰ ਮਾਈਏ ਦੋਨੋਂ ਸੁਣਾ ਦੇ ਸਰ ਕਿ ਉੱਤੋਂ ਰਾਤ ਹਨੇਰੀ ਏ। ਥੋੜਾ ਜਿਹਾ ਮਾਈਏ ਇਹਦਾ ਫਾਰਮੈਟ ਵਿੱਚ ਥੋੜੀ ਜਿਹੀ ਤਬਦੀਲੀ ਲਿਆਂਦੀ ਕਿ ਅੱਗੇ ਸਾਡਾ ਰਵਾਇਤੀ ਮਾਈਆ ਏ ਕਿ ਇਹਦਾ ਉਹ ਨਾ ਪਹਿਲਾ ਮਿਸਰਾ ਕੋਈ ਮੀਨਿੰਗਫੁਲ ਨਹੀਂ ਹੁੰਦਾ, ਨਹੀਂ ਹੁੰਦਾ, ਲੇਕਿਨ ਮੈਂ ਕੋਸ਼ਿਸ਼ ਕੀਤੀ ਕਿ ਪਹਿਲਾ ਮਿਸਰਾ ਵੀ ਮੀਨਿੰਗਫੁਲ ਹੋਵੇ। ਅੱਛਾ, ਨਵਾਂ ਤਜਰਬਾ ਕੀਤਾ। ਹਾਂਜੀ, ਕਿ ਉੱਤੋਂ ਰਾਤ ਹਨੇਰੀ ਏ, ਉੱਤੋਂ ਰਾਤ ਹਨੇਰੀ ਏ, ਸ਼ਾਲਾ ਰੋੜੇ ਮਰ ਜਾਵਣ, ਪਈ ਫਲਦੀ ਬੇਰੀ ਏ, ਉੱਤੋਂ ਰਾਤ ਹਨੇਰੀ। ਵਾਹ 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 ਵਾਹ, ਕਿਆ ਬਾਤ। ਤੇ ਕਿਸੇ ਰੋਟੀ ਨਾ ਖਾਧੀ, ਆਪਣਾ ਕਿਸੇ ਰੋਟੀ ਨਾ ਖਾਧੀ, ਕੱਲ ਇੱਕ ਟੱਬਰ ਦੀ ਜਦੋਂ ਭੁੱਖਾਂ ਮਾਂ ਖਾਧੀ, ਕਿਸੇ ਰੋਟੀ ਨਾ ਖਾਧੀ। ਵਾਹ 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 ਸਰ, ਕਿਆ। ਤੇ ਸ਼ਾਲਾ ਮੌਤਾਂ ਨਾ ਆਵਣ, ਸ਼ਾਲਾ ਮੌਤਾਂ ਨਾ ਆਵਣ, ਚੁੱਲ੍ਹਿਆਂ 'ਚ ਦਾ ਬੁਗਦੀ ਜਦੋਂ ਬਲਦੀਆਂ ਬੁੱਝ ਜਾਵਣ, ਸ਼ਾਲਾ ਮੌਤਾਂ ਨਾ ਆਵਣ। ਸ਼ਾਲਾ ਮੌਤਾਂ ਨਾ। ਤੇ ਜਦ ਚਿੜੀਆਂ ਬੋਲੀਆਂ ਨੇ, ਜਦ ਚਿੜੀਆਂ ਬੋਲੀਆਂ ਨੇ, ਫਜਰਾਂ ਕੰਨ ਧਰਿਆ ਕਈ ਰਾਤਾਂ ਡੋਲੀਆਂ ਨੇ, ਜਦ ਚਿੜੀਆਂ ਬੋਲੀਆਂ ਨੇ। ਤੇ ਇੱਕ ਮਾਇਆ ਹੋਰ ਵੇਖੋ ਕਿ ਕਿਉਂ ਘੱਟ ਮੈਨੂੰ ਦਿਸਣਾ ਹੈ, ਕਿਉਂ ਘੱਟ ਮੈਨੂੰ ਦਿਸਣਾ ਹੈ,
ਅੱਖੀ ਉੱਤੇ ਬੂਰ ਆਵੇ, ਜਿਹੜਾ ਜੱਟ ਮੈਨੂੰ ਦਿਸਣਾ ਹੈ, ਕਿਉਂ ਘੱਟ ਮੈਨੂੰ ਦਿਸਣਾ ਹੈ। ਵਾਹ ਵਾਹ ਵਾਹ। ਤੇ ਸਾਵਾਂ ਆਣ ਖਲੋਤਾ ਹੈ, ਸਾਵਾਂ ਆਣ ਖਲੋਤਾ ਹੈ, ਵੇਖਣ ਦੇ ਓਲੇ ਕੱਢੀ ਜਾਨ ਖਲੋਤਾ ਹੈ। ਹਾਏ ਸਰ ਸਾਵਾਂ ਆਣ ਕੀ ਖਲੋਤਾ। ਬਾਤ ਕੀ ਬਾਤ। ਤੇ ਉਹ ਨਾ ਆਪਣਾ ਟੱਪੇ ਕੋ ਦੋ ਚਾਰ ਹੁਣ ਦੋ ਜੀ ਸਰ ਜ਼ਰੂਰ। ਮੈਂ ਕਹਿੰਦਾ ਮੈਂ ਰੰਗ ਬਚ ਗਿਆ ਸਾਡੇ ਸਟੂਡੀਓ 'ਚ, ਰੌਣਕ ਹੋ ਗਈ। ਤੁਸੀਂ ਮਾਸ਼ਾਅੱਲਾ ਟੱਪਾ ਬਹੁਤ ਸੋਹਣਾ। ਇਹ ਟੱਪੇ ਵਾਲੇ ਮੈਂ ਕਿਵੇਂ ਆਇਆ, ਹੜੱਪਾ ਚ ਅਸੀਂ ਉਹ ਨਾ ਫਿਰਦੇ ਪਏ ਸੀ ਤੇ ਮੇਰਾ ਇੱਕ ਦੋਸਤ ਉਹਨਾਂ ਆਪਣਾ ਤਸੱਦਕ ਭੱਟੀ ਸਾਹਿਬ ਨੇ, ਉਹ ਵੀ ਸ਼ਾਇਰ ਨੇ, ਤੇ ਉਹ ਮੈਨੂੰ ਆਂਦੇ ਨੇ ਕਿ ਖਾਨ ਸਾਹਿਬ ਆਪਣਾ ਟੱਪਾ ਭਰਦਾ ਪਿਆ, ਉਹਦਾ ਕੁਝ ਕਰੋ ਜੇ ਉਹ ਆਪਣਾ ਕੁਝ ਕਰ ਸਕਦੇ ਹੋ। ਮੈਂ ਕਿਹਾ ਚਲੋ ਜੀ ਅੱਲਾ ਨੂੰ ਮਨਜ਼ੂਰ ਹੋਇਆ ਤੇ ਕੁਝ ਕਰਾਂਗੇ। ਹੈਂ ਅੱਗੇ ਜਿਹੜਾ ਰਵਾਇਤੀ ਟੱਪਾ ਹੈ ਉਹ ਸਾਡਾ ਇਹ ਆ ਰਿਹਾ ਸੀ ਕਿ ਫੀਤਾ ਫੀਤਾ ਫੀਤਾ, ਆਟੇ ਵਾਲੀ ਮੌਜ ਬਣ ਗਈ, ਮੇਰੀ ਸੱਸ ਨੇ ਮਸ਼ੀਨ ਵਾਲਾ ਕੀਤਾ। ਯਾਨੀ ਇਹ ਉਹਨਾਂ ਬੱਚੀਆਂ ਜਿਹੜੀਆਂ ਨੇ ਸ਼ਾਦੀ ਵਿਆਹਾਂ ਤੇ ਉਹ ਨਾਲ ਢੋਲਕ ਦੇ ਨਾਲ ਤੇ ਬੜਾ ਅੱਛਾ ਨਾਲ ਥੋੜਾ ਜਿਹਾ ਉਹ ਨਾਲ ਡਾਂਸ ਵਗੈਰਾ ਕਰਕੇ ਤੇ ਉਹ ਇੱਕ ਸਾਡਾ ਸਿਲਸਿਲਾ ਹੈ ਪੰਜਾਬ ਦਾ। ਜੀ ਜੀ। ਤੇ ਉਹ ਤੁਸੀਂ ਟੱਪੇ ਵੇਖੋ ਕੋਈ ਦੋ ਚਾਰ ਕਿ ਚੂਰੀ 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 ਚੂਰੀ, ਸੋਹਣੀ ਤਰ੍ਹਾਂ ਵੇਖਿਆ ਕਿਸੇ, ਨੀ ਮੈਂ ਅੱਧੀਓਂ ਹੋ ਗਈ ਪੂਰੀ, ਸੋਹਣੀ ਤਰ੍ਹਾਂ ਵੇਖਿਆ ਕਿਸੇ। ਵਾਹ 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 ਸਰ, ਇੱਕ ਵਾਰੀ ਫੇਰ। ਚੂਰੀ ਚੂਰੀ ਚੂਰੀ, ਸੋਹਣੀ ਤਰ੍ਹਾਂ ਵੇਖਿਆ ਕਿਸੇ, ਨੀ ਮੈਂ ਅੱਧੀਓਂ ਹੋ ਗਈ ਪੂਰੀ, ਸੋਹਣੀ ਤਰ੍ਹਾਂ ਵੇਖਿਆ। ਕੀ ਬਾਤ ਸਰ, ਵੇਖਣ ਵਾਲੇ ਦੀ ਨਜ਼ਰ। ਤੇ ਹੋਰ ਇੱਕ ਵੇਖੋ ਕਿ ਛੁਰੀਆਂ 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 ਛੁਰੀਆਂ, ਪਾਣੀਆਂ 'ਚ ਗੱਲ ਟੁਰ ਪਈ, ਸਈਆਂ ਰਲ ਕੇ ਪਤਨ ਵੱਲ ਟੁਰੀਆਂ। ਵਾਹ। ਪਾਣੀਆਂ 'ਚ ਗੱਲ ਟੁਰ ਪਈ। ਵਾਹ 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 ਕੀ ਬਾਤ। ਤੇ ਵੇਖੋ ਕਿ ਫਲੀਆਂ 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 ਫਲੀਆਂ, ਅੱਜ ਦਾ ਟੱਪਾ ਹੈ ਅੱਜ ਦੇ ਹਾਲਾਤ ਦਾ ਕਿ ਫਲੀਆਂ ਫਲੀਆਂ ਫਲੀਆਂ, ਵਿਹੜਿਆਂ ਨੂੰ ਰਾਤ ਲੈ ਗਈ, ਕੱਦਾਂ ਰਹਿ ਗਈਆਂ ਬੂਹਿਆਂ ਓਲੇ ਖਲੀਆਂ, ਵਿਹੜਿਆਂ ਨੂੰ ਰਾਤ ਲੈ ਗਈ। ਵਾਹ ਵਾਹ ਵਾਹ। ਤੇ ਕਾਨੇ 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 ਕਾਨੇ, ਛੱਤਾਂ ਰਾਤੀ ਚੰਨ ਸੇਕਿਆ, ਕੱਦਾਂ ਲੈ ਟੁਰੀਆਂ ਅਫਸਾਨੇ, ਅਫਸਾਨੇ, ਛੱਤਾਂ ਰਾਤੀ ਚੰਨ ਸੇਕਿਆ। ਵਾਹ। ਤੇ ਓਲੇ 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 ਟੱਪਾ ਵੇਖਿਆ ਜੇ, ਓਲੇ ਓਲੇ ਓਲੇ, ਨੀ ਹਰ ਪਾਸੇ ਯਾਰ ਦਿਸਦਾ, ਓਲੇ ਓਲੇ ਓਲੇ, ਨੀ ਰੂਪ ਤੇਰਾ ਸੱਤ ਰੰਗੀਆ, ਰੰਗ ਅਠਵਾਂ ਹੋਵੇ ਤੇ ਬੋਲੇ, ਨੀ ਰੂਪ ਤੇਰਾ ਸੱਤ ਰੰਗੀਆ। ਵਾਹ ਵਾਹ ਸਰ ਵਾਹ। ਦੋ ਟੱਪੇ ਹੋਰ ਤੇ ਫਿਰ ਅਕਾਂ ਚੱਲਾਂਗੇ ਏਡਾ ਕਰ ਲੈ ਕਿ ਜ਼ਰਾ ਉਹਨਾਂ ਵੇਖਿਆ ਜੇ ਕਿ ਖੱਡੀਆਂ 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 ਖੱਡੀਆਂ, ਮੈਂ ਕੁੰਜ ਕੁੰਜ ਰੱਖਦੀ ਫਿਰਾਂ, ਤੇਰੇ ਮੂੰਹ ਦੀਆਂ ਢੋਲਾ ਕੱਢੀਆਂ, ਮੈਂ ਕੁੰਜ ਕੁੰਜ ਰੱਖਦੀ ਫਿਰਾਂ। ਵਾਹ ਵਾਹ। ਤੇ ਲੇਖੇ 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 ਲੇਖੇ, ਨੀ ਹਰ ਪਾਸੇ ਯਾਰ ਦਿਸਦਾ, ਮੇਰੀ ਥਾਂ ਤੇ ਖਲੋ ਕੋਈ ਵੇਖੇ, ਨੀ ਹਰ ਪਾਸੇ ਯਾਰ ਦਿਸਦਾ। ਕੀ ਬਾਤ ਹੈ ਸਰ। ਇਹ ਗੂੰਗ ਦੇ ਕੀ ਬਾਤ ਹੈ ਸਰ, ਬਹੁਤ ਵਧੀਆ ਸਰ। ਪੂਰੇ ਇੱਕ ਜਿਹੜੀ ਉਹ ਤਸਵੀਰ ਜਿਹੜੀ ਉਹ ਬਣ ਕੇ ਸਾਹਮਣੇ ਨਜ਼ਰ ਆ ਜਾਂਦੀ ਅੱਖਾਂ ਦੀ, ਔਰ ਬਹੁਤ ਸੋਹਣਾ ਕਲਾਮ ਸਰ। ਮਿਹਰਬਾਨੀ, ਅੱਲਾ ਖੈਰ। ਅੱਛਾ ਸਰ, ਤੁਸੀਂ ਕਿਸੇ ਕੋਲੋਂ ਜ਼ਿੰਦਗੀ 'ਚ ਕਿਸੇ ਸ਼ਾਇਰ ਕੋਲੋਂ ਮੁਤਾਸਰ ਵੀ ਹੋਏ, ਜਾਂ ਕਿਹੜੇ ਸ਼ਾਇਰ ਨੂੰ ਬਹੁਤ ਜ਼ਿਆਦਾ ਮੁਤਾਸਰ ਕੀਤਾ? ਅਸਲ ਪਤਾ ਕੀ ਹੁੰਦਾ ਹੈ, ਜੋ ਮੈਂ ਸਮਝਣਾ ਕਿ ਮੇਰਾ ਮਕਸਦ ਹੈ ਜਾਂ ਹੋਣਾ ਚਾਹੀਦਾ, ਜਿਹੜੀ ਵੀ ਅੱਲਾ ਪਾਕ ਤੁਹਾਨੂੰ ਦਿੰਦਾ ਹੈ ਨਾ, ਕੋਈ ਜੋ ਵੀ ਤੁਹਾਡੇ 'ਚ ਸਲਾਹੀਅਤ ਹੈ, ਜੋ ਤੁਹਾਡੇ 'ਚ ਕੋਈ ਤਖਲੀਕੀ ਪਾਰ ਹੈ, ਉਹਦੇ ਨਾਲ ਤੁਸੀਂ ਉਹ ਇਸ ਵਾਸਤੇ ਦਿੰਦਾ ਹੈ ਕਿ ਤੁਹਾਡੇ ਵਾਸਤੇ ਨਹੀਂ ਹੈ, ਇਹ ਦੂਸਰੇ ਲੋਕਾਂ ਵਾਸਤੇ, ਉਹ ਲੋਕ ਉਹਦੇ ਤੋਂ ਮੁਸਤਫੀਦ ਹੋਵਣ, ਉਹਦੇ ਤੋਂ ਫਾਇਦਾ ਉਠਾਵਣ, ਉਹਨਾਂ ਨੂੰ ਉਹਦੇ 'ਚੋਂ ਕੋਈ ਉਹ ਇਹਨਾਂ ਕੁਛ ਗੇਨ ਕਰਨ, ਉਹਨਾਂ ਨੂੰ ਕੁਛ ਨਾ ਕੁਛ ਲੱਭੇ। ਤੇ ਜਿਹੜਾ ਨਾ ਕਿ ਇਨਸਪਾਇਰ ਹੋਣਾ ਜਾਂ ਕਿਸੇ ਤੋਂ ਮੁਤਾਸਰ ਹੋਣਾ, ਉਹ ਵੱਡਾ ਅਦਬ, ਵੱਡੀ ਤਖਲੀਕ ਹੁੰਦੀ ਕਿ ਤੁਸੀਂ ਆਪਣੇ ਆਲੇ ਦੁਆਲੇ ਤੋਂ,
ਆਪਣੇ ਵਸੇਬ ਤੋਂ, ਆਪਣੇ ਮਾਹੌਲ ਤੋਂ, ਆਪਣੇ ਉਹਨਾਂ ਨੇਚਰ ਜਿਹੜਾ ਉਹਨਾਂ ਤੁਹਾਡੇ ਚਾਰ ਚੁਫੇਰੇ ਹੈ, ਉਹਦੇ ਤੋਂ ਮੁਤਾਸਰ ਹੋਵੋ, ਉਹਦੇ ਚੋਂ ਉਹਦੇ ਚ ਗੇਨ ਕਰੋ, ਉਹਦੇ ਚ। ਯਾਨੀ ਕਿਸੇ ਇੱਕ ਬੰਦੇ ਕੋਲੋਂ ਨਹੀਂ। ਹਾਂ, ਇਹ ਕੋਈ ਇੱਕ ਬੰਦੇ ਦੀ ਨਹੀਂ, ਇਹ ਤੁਹਾਡੇ ਅੰਦਰ ਦਾ ਮਾਮਲਾ ਹੈ। ਤੇ ਤੁਸੀਂ ਅਗਰ ਉਹਨਾਂ ਵੇਲੇ ਇੱਕ ਬੰਦਾ ਜਿਹੜਾ ਵੀ ਹੈ ਉਹ ਤੁਹਾਨੂੰ ਅਰੂਸ ਦੇ ਹਵਾਲੇ ਨਾਲ ਦੱਸ ਸਕਦਾ ਹੈ, ਉਹ ਤੁਹਾਨੂੰ ਉਹਨਾਂ ਬਹਿਰ ਦਾ ਦੱਸੇਗਾ ਕਿ ਬਹਿਰ ਇੰਜ ਹੈ, ਇੱਥੋਂ ਇੰਜ, ਇੱਥੋਂ ਇੰਜ। ਉਹ ਜਿਹੜੀ ਉਹਨਾਂ ਪਾਰ ਹੁੰਦੀ ਹੈ ਨਾ ਸ਼ਾਇਰੀ ਦੀ ਜਾਂ ਨਸਰ ਦੀ, ਉਹ ਤਾਂ ਤੁਹਾਡੇ ਵਿੱਚ ਨਹੀਂ ਪਾ ਸਕਦਾ। ਉਹ ਤੇ ਨਹੀਂ, ਉਹ ਆਪ ਹੀ ਕਰਨਾ ਪਏਗਾ। ਅੱਛਾ ਸਰ, ਅਖੀਰ ਤੇ ਸਾਨੂੰ ਹਿਡਕ ਦਾ ਜਿਹੜਾ ਹੈ ਉਹਦੇ ਚ ਕੋਈ ਕਲਾਮ ਸੁਣੋ। ਹਾਂਜੀ, ਹਿਡਕ ਚੋਂ ਮੈਂ ਉਹਨਾਂ ਬਾਬਾ ਜੀ ਗੁਰੂ ਨਾਨਕ ਦੇ ਹਵਾਲੇ ਨਾਲ ਇੱਕ ਉਹਨਾਂ ਨਜ਼ਮ ਹੈ, ਇਹਦੇ ਵਿੱਚ ਹੈ, ਉਹਦਾ ਉਨਵਾਨ ਹੈ, ਕਿਉਂਕਿ ਬਾਬਾ ਗੁਰੂ ਨਾਨਕ ਜੀ ਤਾਂ ਉਹਨਾਂ ਸਾਡੀ ਨਨਕਾਣੇ ਦੀ ਪਹਿਚਾਣ ਨੇ, ਹੈ ਧਰਤੀ ਤੋਂ ਹੀ ਹਾਂ, ਤੇ ਮੈਂ ਉਂਝ ਵੀ ਉਹਨਾਂ ਦਾ ਬੜਾ ਮੋਤ ਕਹਿੰਦਾ, ਕਿਉਂਕਿ ਉਹਨਾਂ ਜਿਹੜਾ ਉਹਨਾਂ ਵਹਦਤ ਦਾ ਪੈਗਾਮ ਦਿੱਤਾ ਹੈ ਨਾ, ਉਹ ਸਾਡੇ ਉਹ ਇਹਨਾਂ ਸੂਫੀਆ ਜਿਹੜੇ ਹੋ ਗੁਜ਼ਰੇ ਨੇ ਸ਼ਾਇਰ ਵੱਡੇ, ਉਹਨਾਂ ਤੋਂ ਇਲਾਵਾ ਕਿਦਾਂ ਹੀ ਨਹੀਂ ਮਿਲਦਾ ਜਿਹੜਾ ਵਹਦਤ ਦਾ ਉਹਨਾਂ ਦਾ ਕਨਸੈਪਟ ਹੈ। ਤੇ ਉਹ ਉਹਨਾਂ ਦੇ ਹਵਾਲੇ ਨਾਲ ਇੱਕ ਨਜ਼ਮ ਮੈਂ ਕਹੀ ਸੀ, ਉਹਦੇ 'ਚ ਹੈ ਜੀ ਸਰ, ਨਾਨਕ ਨਾਲ ਨਨਕਾਣਾ, ਨਾਲ ਨਨਕਾਣਾ, ਇਹ ਉਨਵਾਨ ਹੈ ਇਹਦਾ। ਨਾਨਕ ਨਾਲ ਨਨਕਾਣਾ ਫੱਬਦਾ ਹੈ, ਨਾਨਕ ਕੱਢ ਕੇ ਬਚਦਾ ਕੀ ਹੈ। ਵਾਹ 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 ਵਾਹ। ਨਾਨਕ ਨਾਲ ਨਨਕਾਣਾ ਫੱਬਦਾ ਹੈ, ਨਾਨਕ ਕੱਢ ਕੇ ਬਚਦਾ ਕੀ ਹੈ। ਅੱਜ ਮੈਂ ਇਸੇ ਸੋਚ ਨੂੰ ਲੈ ਕੇ ਆਪਣੇ ਆਪ ਦੇ ਅੰਦਰ ਬਹਿ ਕੇ ਅੱਧੀ ਰਾਤ ਤੋਂ ਫਜਰਾਂ ਤੀਕਰ ਜਾਗਦੇ ਜਜ਼ਬੇ ਸਦਰਾਂ ਤੀਕਰ ਦਿਲ ਦਾ ਆਲ ਦੁਆਲਾ ਫੋਲਿਆ, ਹਰ ਚਿੱਟਾ ਹਰ ਕਾਲਾ ਫੋਲਿਆ, ਹਰ ਇੱਕ ਨੇ ਬਾਸੀਆ ਦੱਸਿਆ, ਜਿਹੜੇ ਮਨ ਵਿੱਚ ਵਾਹਦ ਵਸਿਆ, ਵਸੋਂ ਦਾ ਸਰਨਾਵਾ ਬਣਿਆ। ਵਾਹ। ਹਰ ਇੱਕ ਨੇ ਬਾਸੀਆ ਦੱਸਿਆ, ਜਿਹੜੇ ਮਨ ਵਿੱਚ ਵਾਹਦ ਵਸਿਆ, ਵਸੋਂ ਦਾ ਸਰਨਾਵਾ ਬਣਿਆ। ਉਹ ਨਿੱਘਾ ਪਰਛਾਵਾਂ ਬਣਿਆ, ਜਿੰਦੀਆਂ ਠੱਡੀਆਂ ਛਾਵਾਂ ਦੇਵਣ, ਗਰਕਦੇ ਰਾਹੀਆਂ ਦੇ ਪੈਂਡੇ ਨੂੰ, ਮੰਜ਼ਲ ਤੀਕਰ ਜਾਉਣ ਦਾ ਰਸਤਾ, ਰੁੱਸੇ ਪੱਦ ਮਨਾਉਣ ਦਾ ਰਸਤਾ। ਨਾਨਕ ਦੇ ਵੀ ਮਨ ਵਿੱਚ ਨਾਸਰ, ਸੁਣ ਲਾ ਵਾਹਦ ਇੰਜ ਦਾ ਵਸਿਆ, ਕਦੀ ਕਿਦਾਈ ਵਸਦਾ ਕਿਧਰੇ, ਇਸ ਪਿੰਡੇ ਵਿੱਚ ਜਿੰਜ ਦਾ ਵਸਿਆ। ਦਿਲ ਦੀ ਸੁਣ ਕੇ ਅੱਖ ਉਗੜੀ ਤੇ ਉਦੋਂ ਤੀਕਰ ਧੰਮੀ ਧੰਮ ਗਈ, ਰਾਤ ਇੱਕ ਸਜਰਾ ਸੂਰਜ ਜੰਮ ਗਈ। ਵਾਹ 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 ਵਾਹ, ਕੀ ਬਾਤ ਹੈ ਸਰ। ਬਹੁਤ ਇਹ ਬਾਬਾ ਜੀ ਨਾਨਕ ਦੇ ਹਵਾਲੇ ਨਾਲ ਤੇ ਇੱਕ ਦੋ ਛੋਟੀਆਂ ਛੋਟੀਆਂ ਨਜ਼ਮਾਂ ਜੀ ਸਰ, ਇਹਦੇ ਚੋਂ ਮੈਂ ਸੁਣਾ ਦੇਣਾ। ਇੱਕ ਇਹਦੇ ਚ ਨਜ਼ਮ ਹੈ ਦੋ ਇੱਕ ਬਾਕਾਂ, ਇਹਦਾ ਥੋੜਾ ਜਿਹਾ ਮੈਂ ਦੱਸ ਦਿਆਂ ਕਿ ਭਾਕ ਜਦੋਂ ਸਫ਼ਰ ਦੇ ਪੈਰਾਮੀਟਰ ਨਾ ਆਏ ਅਜੇ, ਉਸ ਵਕਤ ਇਹ ਭਾਕ ਹੁੰਦਾ ਭੇਡ ਦਾ ਬੋਲਣਾ, ਭੇਡ ਦੀ ਆਵਾਜ਼। ਉਹ ਜਦੋਂ ਰਾਤ ਦੇ ਵਕਤ ਭੇਡ ਦੀ ਆਵਾਜ਼ ਜਿੰਨਾ ਸਫ਼ਰ ਕਰਦੀ ਆਈ ਨਾ, ਉਹ ਇੱਕ ਭਾਕ। ਉਸ ਬੰਦੇ ਅਗਰ ਕਿਤੇ ਪੁੱਛਣਾ ਕਿ ਤੁਹਾਡਾ ਪਿੰਡ ਨਨਕਾਣਿਓ ਕਿੰਨਾ ਹੈ, ਤੇ ਉਹਨੂੰ ਆਖਣਾ ਕੋਈ ਉਹਨਾਂ 3-4 ਭਾਕਾਂ ਹੈ। ਇਹ ਉਸ ਹਵਾਲੇ ਨਾਲ ਦੋ ਇੱਕ ਭਾਕਾਂ ਇਹਦੇ 'ਚ ਇੱਕ ਨਜ਼ਮ ਹੈ। ਸਦੀਆਂ ਦਾ ਪਦ ਕੰਢ ਤੇ ਢੋ ਕੇ, ਦੋ ਇੱਕ ਭਾਕਾਂ ਉਰਾਂ ਖਲੋ ਕੇ। ਸਦੀਆਂ ਦਾ ਪਦ ਕੰਢ ਤੇ ਢੋ ਕੇ, ਦੋ ਇੱਕ ਭਾਕਾਂ ਉਰਾਂ ਖਲੋ ਕੇ। ਜਦ ਮੈਂ ਮੰਜ਼ਲ ਵਾਲੀ ਥਾਂ ਵੱਲ ਚੰਗੀ ਤਰ੍ਹਾਂ ਨਿਜਾ ਕੇ ਡਿੱਠਾ, ਦਿਲ ਨੂੰ ਅੱਖ ਬਣਾ ਕੇ ਡਿੱਠਾ, ਮੈਨੂੰ ਲੱਗਾ ਜਿਉਂ ਕੋਈ ਮੇਰੇ ਪੈਰਾਂ ਹੇਠੋਂ ਭੋਏ ਦੀ ਚਾਦਰ ਹੌਲੀ ਜਿਹੀ ਰਿਸ਼ਕਾਈ ਜਾਂਦਾ ਹੈ, ਆਪਣਾ ਹੱਥ ਛੁਡਾਈ ਜਾਂਦਾ ਹੈ। ਵਾਹ ਵਾਹ ਵਾਹ। ਮੈਂ ਡਿੱਠਾ, ਆਪਣਾ ਹੱਥ ਛੁਡਾਈ ਜਾਂਦਾ ਹੈ। ਮੈਂ ਡਿੱਠਾ ਤੇ ਉਹ ਆ ਰਸਤਾ, ਮੈਂ ਡਿੱਠਾ ਤੇ ਉਹ ਆ ਰਸਤਾ, ਜਿੰਦੀ ਉਂਗਲ ਫੱਦ ਕੇ ਤੇ ਮੈਂ ਇੱਥੋਂ ਤੀਕਰ ਅਪੜਿਆ ਹਾਇਆ। ਚਿੱਟੇ ਰੰਗ ਦੀ ਸੋਟੀ ਆਪਣੇ ਜੁੱਸੇ ਅੱਗੇ ਕਰਕੇ ਤੇ ਮੁੜ ਪਿਛਲੀ ਲਾਮ ਨੂੰ ਟੁਰਿਆ ਜਾਂਦਾ ਹੈ। ਮੈਂ ਹੈਰਾਨ ਖਲੋਤਾ ਹੋਇਆ, ਆਪਣੀ ਸੋਚ ਤੋਂ ਪੁੱਛੂ ਵਾਨਾ, ਤੈਨੂੰ ਵੀ ਕੁਝ ਦਿਸਦਾ ਹੈ ਯਾ? ਤੈਨੂੰ ਵੀ ਕੁਝ ਦਿਸਦਾ ਹੈ ਯਾ? ਇੱਕ ਹੋਰ ਨਜ਼ਮ ਇਹਦੇ ਵਿੱਚ ਛੋਟੀ ਜਿਹੀ, ਇਹਦਾ ਉਨਵਾਨ ਹੈ ਮਦਾਰਣ। ਮਦਾਰਣ। ਹੁਣ ਮਦਾਰਣ ਤੁਸੀਂ
ਉਂਝ ਤੇ ਬੜਾ ਵੱਡਾ ਇਸ਼ਤਿਹਾਰ ਹੈ ਇਹਦੇ ਵਾਸਤੇ, ਜੋ ਕੁਝ ਵਕਤੀ ਤੌਰ ਤੇ ਤੁਸੀਂ ਜ਼ਿੰਦਗੀ ਨੂੰ ਲੈ ਲੈਣਾ ਕਿ ਤੁਹਾਡੀ ਹਯਾਤੀ ਇਹ ਵੀ ਮਦਾਰਨ ਤਮਾਸ਼ੇ ਕਿੰਨੇ ਰੋਜ਼ ਦੇ ਹੁੰਦੇ ਨੇ ਹੈਂ। ਤੇ ਦੂਜੇ ਪਾਸੇ ਇਨਸਾਨ ਦੇ ਦੂਜੇ ਪਾਸੇ ਇੱਕ ਇਹਦੇ ਜੇ ਜ਼ਿੰਦਗੀ ਹੈ ਤੇ ਦੂਏ ਪਾਸੇ ਮੌਤ ਹੈ। ਇਹਨਾਂ ਦੋ ਗੱਲਾਂ ਨੂੰ ਛੋਟੀ ਜਿਹੀ ਨਾਲ ਪੰਜ ਮਿਸਰੇ ਦੀ ਮਦਾਰਨ ਝੱਟ ਇੱਕ ਪਾਲੂ ਇੱਕ ਮਦਾਰਨ ਮੇਰੇ ਕੋਲ ਤਮਾਸ਼ਾ ਰੱਖ ਕੇ ਮੇਰੇ ਦੂਜੇ ਪਾਸੇ ਅੱਲੂ ਵੇਖਣ ਵਾਲੇ ਸੱਦਣ ਗਈ ਏ ਸ਼ਾਲਾ ਕੜਮੀ ਹਟ ਨਾ ਆਵੇ। ਹਾਏ ਕੀ ਬਾਤ ਹੈ ਤੇ ਇੱਕ ਹੋਰ ਛੋਟੀ ਜਿਹੀ ਨਾਤ ਮੇਡੀ ਕੋਈ ਉਹਨਾਂ ਝਾਟਕ ਚੱਟ ਝਾਟਕ ਯਾਨੀ ਪਲ ਦੋ ਪਲ ਪਲ ਇੱਕ ਦੇ ਆਪਣੇ ਮੋਢੇ ਉੱਤੇ ਸਿਰ ਧਰਿਆ ਤੇ ਨੀਂਦਰ ਆ ਗਈ। ਇੱਕ ਦੇ ਆਪਣੇ ਮੋਢੇ ਉੱਤੇ ਸਿਰ ਧਰਿਆ ਤੇ ਨੀਂਦਰ ਆ ਗਈ। ਜਿੰਨਾ ਕੁ ਚਿਰ ਸੁੱਤਾ ਮੋਇਆ ਉਹਨਾਂ ਚਿਰ ਮੈਂ ਕੋਲ ਸਾਂ ਆਪਣੇ, ਉਦੋਂ ਪਿੱਛੇ ਫੇਰ ਨਾ ਮੋਇਆ। ਨੀਂਦਰ ਮੋਢੇ ਉੱਤੇ ਸਿਰ ਨੂੰ ਲੱਭਦੀ ਲੱਭਦੀ ਆਪ ਖੜੀ ਗਈ, ਰੁੱਤ ਪਰਤੀ ਗਈ। ਵਾਹ 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 ਸਰ, ਕੀ ਬਾਤ ਹੈ, ਬਹੁਤ ਖੂਬ, ਬਹੁਤ ਵਧੀਆ ਸਰ। ਇੱਕ ਪੂਰਾ ਇੱਕ ਖਿਆਲ, ਇੱਕ ਪੂਰਾ ਇੱਕ ਜਿਹੜਾ ਹੁੰਦਾ ਨਾ ਸ਼ਾਇਰੀ ਦਾ ਇੱਕ ਪੂਰਾ ਤਾਂ ਮਕਸਦ ਨਜ਼ਰ ਆਉਂਦਾ ਸਰ, ਬਹੁਤ ਖੂਬ। ਔਰ ਅਸੀਂ ਆਸ ਕਰਨੇ ਹਾਂ ਸਾਡੇ ਵੇਖਣ ਵਾਲਿਆਂ ਨੂੰ ਵੀ ਬਹੁਤ ਪਸੰਦ ਆਏਗਾ। ਯਕੀਨਨ ਤੁਸੀਂ ਇੱਕ ਜਾਣੀ ਪਛਾਣੀ ਸ਼ਖਸੀਅਤ ਹੋ, ਤੁਹਾਡਾ ਇੱਕ ਨਾਮ ਹੈ। ਖੁਦਾ ਤਾਲਾ ਤੁਹਾਨੂੰ ਖੁਸ਼ ਰੱਖੇ, ਆਬਾਦ ਰੱਖੇ, ਇਸ ਤਰ੍ਹਾਂ ਹੀ ਵਸਦੇ ਰਹੋ, ਸਾਨੂੰ ਆਪਣਾ ਕਲਾਮ ਜਿਹੜਾ ਉਹ ਸੁਣਾਉਂਦੇ ਰਹੋ। ਨਾਜ਼ਰੀਨ, ਜਿਸ ਤਰ੍ਹਾਂ ਕਿ ਤੁਸੀਂ ਰਾਏ ਸਾਹਿਬ ਦਾ ਕਲਾਮ ਸੁਣਿਆ, ਉਹਨਾਂ ਦੀਆਂ ਗੱਲਾਂ ਸੁਣੀਆਂ, ਯਕੀਨਨ ਤੁਹਾਨੂੰ ਬਹੁਤ ਪਸੰਦ ਆਉਣਗੀਆਂ। ਇਹਦੇ ਨਾਲ ਹੀ ਆਪਣੇ ਹੋਸਟ ਚਾਂਦ ਸ਼ਕੀਲ ਨੂੰ ਇਜਾਜ਼ਤ ਦਿਓ। ਲੈਓ ਯਾਰ ਹਵਾਲੇ ਰੱਬ ਦੇ, ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ।